ਧੰਨ ਵਾਹਿਗੁਰੂ ਸਾਹਿਬ ਜੀਓ। ਗੁਰੂ ਗਰੀਬ ਨਿਵਾਜੋ, ਪੂਰਾ ਪ੍ਰਭ ਆਰਾਧਿਆ। ਪੂਰਾ ਜਗ ਨਾਉ, ਨਾਨਕ ਪੂਰਾ ਪਾਇਆ। ਪੂਰੇ ਕੇ ਗੁਣ ਗਾਓ, ਨਾਨਕ ਪੂਰਾ ਪਾਇਆ। ਪੂਰੇ ਕੇ ਗੁਣ ਗਾਓ। ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਗੁਰਫਤਿਹ ਪ੍ਰਵਾਨ ਕਰਨੀ ਜੀ। ਇੱਕੇ ਵਾਰੀ ਕਹਿਣ ਤੇ ਸਾਰੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਸੁਭਾਇਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਚਿੱਤ ਕਰਕੇ ਬੈਠੀਏ। ਗੁਰਮਤਿ ਦੀਆਂ ਵਿਚਾਰਾਂ ਨੂੰ ਧਿਆਨ ਦੇ ਨਾਲ ਸਰਵਣ ਕਰੀਏ, ਤਾਂ ਜੋ ਇੱਕ ਇੱਕ ਗੱਲ ਸਾਨੂੰ ਸਮਝ ਆ ਸਕੇ ਤੇ ਅਸੀਂ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਸਕੀਏ। ਅੱਜ ਆਪਾਂ ਜਿਸ ਵਿਸ਼ੇ ਦੇ ਉੱਤੇ ਵਿਚਾਰ ਕਰਨੀ ਹੈ, ਉਸ ਵਿਸ਼ੇ ਦਾ ਨਾਮ ਹੈ ਆਪਣੀ ਮਾਂ ਬੋਲੀ ਪੰਜਾਬੀ। ਜਿਵੇਂ ਦੇ ਹਾਲਾਤ ਬਣਦੇ ਪਏ ਹੈ, ਅੱਜ ਲੋੜ ਹੈ ਇਸ ਵਿਸ਼ੇ ਦੇ ਉੱਤੇ ਵੀ ਗੱਲਬਾਤ ਕਰਨ ਦੀ ਕਿ ਅੱਜ ਆਪਾਂ ਆਪਣੀ ਮਾਂ ਬੋਲੀ ਤੋਂ ਕਿਉਂ ਟੁੱਟਦੇ ਜਾ ਰਹੇ ਹਾਂ, ਕਿਉਂ ਸਾਡੇ ਘਰਾਂ ਦੇ ਵਿੱਚੋਂ ਪੰਜਾਬੀ ਮਾਂ ਬੋਲੀ ਨੂੰ ਵਿਸਾਰਿਆ ਜਾ ਰਿਹਾ ਹੈ ਤੇ ਬਹੁਤਾ ਸਾਡਾ ਇਸ ਪਾਸੇ ਧਿਆਨ ਨਹੀਂ। ਤੇ ਜੇ ਧਿਆਨ ਨਾ ਦਿੱਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਨੁਕਸਾਨ ਹੋ ਸਕਦੇ ਨੇ, ਇਸ ਬਾਬਤ ਆਪਾਂ ਵਿਚਾਰ ਕਰਨੀ ਹੈ। ਦੁਨੀਆ ਦੇ ਵਿੱਚ ਜਿੰਨੇ ਵੀ ਦੇਸ਼ ਨੇ, ਹਰ ਇੱਕ ਦੇਸ਼ ਦੀ ਆਪਣੀ ਮਾਂ ਬੋਲੀ ਹੈ। ਭਾਵੇਂ ਉਸ ਦੇਸ਼ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਬੋਲੀਆਂ ਦੇ ਉਚਾਰਨ ਵੱਖਰੇ ਵੱਖਰੇ ਹੋ ਜਾਂਦੇ ਹੈ, ਪਰ ਜਿਹੜੀ ਮੇਨ ਗੱਲ ਹੈ, ਹਰ ਇੱਕ ਦੇਸ਼ ਦੀ ਆਪਣੀ ਬੋਲੀ ਹੈ। ਤੁਸੀਂ ਇਟਲੀ ਵਾਲੇ ਪਾਸੇ ਚਲੇ ਜਾਓ, ਉਹਨਾਂ ਦੀ ਇਟਾਲੀਅਨ ਬੋਲੀ ਹੈ। ਤੁਸੀਂ ਕਰਨਾਟਕ ਵਾਲੇ ਪਾਸੇ ਚਲੇ ਜਾਓ, ਉਹਨਾਂ ਦੀ ਕੰਨੜ ਬੋਲੀ ਹੈ। ਬੰਗਾਲ ਵਾਲੇ ਪਾਸੇ ਚਲੇ ਜਾਓ, ਉਹਨਾਂ ਦੀ ਬੰਗਾਲੀ ਬੋਲੀ ਹੈ। ਕਹਿਣ ਤੋਂ ਭਾਵ ਤੁਸੀਂ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ, ਭਾਵੇਂ ਸਾਰਾ ਯੂਰਪ ਘੁੰਮ ਆਓ, ਇੰਗਲੈਂਡ ਘੁੰਮ ਆਓ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਘੁੰਮ ਆਓ,
ਤੇ ਭਾਵੇਂ ਗੱਲ ਅਸੀਂ ਆਪਣੇ ਭਾਰਤ ਦੀ ਵੀ ਕਰੀਏ, ਹਰ ਇੱਕ ਦੇਸ਼ ਦੇ ਵਿੱਚ ਉਹਨਾਂ ਦੀ ਆਪਣੀ ਮਾਂ ਬੋਲੀ ਹੈ। ਤੇ ਭਾਰਤ ਦੇਸ਼ ਦੇ ਵਿੱਚ ਹੀ ਜਿਹੜਾ ਪੰਜਾਬ ਹੈ, ਉਸ ਪੰਜਾਬ ਦੀ ਵੀ ਆਪਣੀ ਮਾਂ ਬੋਲੀ ਪੰਜਾਬੀ ਹੈ, ਜਿਹਦੇ ਉੱਤੇ ਸਾਨੂੰ ਹਮੇਸ਼ਾ ਮਾਣ ਸੀ, ਮਾਣ ਹੈ ਤੇ ਮਾਣ ਰਹੇਗਾ। ਕਦੀ ਵੀ ਆਪਣੀ ਮਾਂ ਬੋਲੀ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਵਿਸਾਰਨਾ ਨਹੀਂ ਚਾਹੀਦਾ। ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਵੀ ਵੱਖ-ਵੱਖ ਬੋਲੀਆਂ ਦੇ ਵਿੱਚ ਗੱਲ ਕੀਤੀ ਹੋਈ ਹੈ, ਜਿਹਦੇ ਵਿੱਚ ਪੰਜਾਬੀ ਮਾਂ ਬੋਲੀ ਵੀ ਹੈ, ਅਰਬੀ ਵੀ ਹੈ, ਫਾਰਸੀ ਵੀ ਹੈ, ਸੰਸਕ੍ਰਿਤ ਵੀ ਹੈ, ਹਿੰਦੀ ਵੀ ਹੈ, ਝੰਗ ਭਾਸ਼ਾ ਵੀ ਹੈ, ਜਿਹੜੀ ਪਾਕਿਸਤਾਨ ਦੇ ਵਿੱਚ ਝੰਗ ਦਾ ਇਲਾਕਾ ਹੈ ਨਾ, ਉਹ ਝੰਗ ਬੋਲੀ ਵੀ ਜਦੋਂ ਆਪਾਂ ਸਤਿਗੁਰਾਂ ਦੀ ਬਾਣੀ ਪੜ੍ਹਦੇ ਹਾਂ ਨਾ, ਜਦੋਂ ਉਚਾਰਨ ਦੇਖਦੇ ਹਾਂ, ਉਸ ਇਲਾਕੇ ਦੀ ਬੋਲੀ ਦਾ ਉਚਾਰਨ ਹੈ ਉਹ। ਇਹਦੇ ਤੋਂ ਕਿੰਨਾ ਕੁਝ ਸਿੱਖਣ ਦੀ ਲੋੜ ਹੈ ਵੀ ਪਾਤਸ਼ਾਹ ਜਿੱਥੇ ਦੂਜੀਆਂ ਭਾਸ਼ਾਵਾਂ ਨੂੰ ਵੀ ਪਿਆਰ ਕਰਦੇ ਸੀ, ਪਰ ਪਾਤਸ਼ਾਹ ਨੇ ਉਹਨਾਂ ਭਾਸ਼ਾਵਾਂ ਨੂੰ ਉਹਨਾਂ ਅੱਖਰਾਂ ਦੇ ਵਿੱਚ ਨਹੀਂ ਲਿਖਿਆ, ਉਹਨਾਂ ਭਾਸ਼ਾਵਾਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਲਿਖਿਆ। ਉਚਾਰਨ ਭਾਵੇਂ ਉਹਨਾਂ ਦੀ ਭਾਸ਼ਾਵਾਂ ਦੇ ਨੇ, ਪਰ ਆਪਣੀ ਮਾਂ ਬੋਲੀ ਨੂੰ ਪਾਤਸ਼ਾਹ ਜੀ ਨੇ ਨਹੀਂ ਵਿਸਾਰਿਆ। ਇਹ ਸਾਨੂੰ ਅੱਜ ਸਿੱਖਣ ਦੀ ਲੋੜ ਹੈ ਪਾਤਸ਼ਾਹ ਦੇ ਇਹਨਾਂ ਸ਼ਬਦਾਂ ਦੇ ਵਿੱਚੋਂ, ਕਿ ਪਾਤਸ਼ਾਹ ਨੇ ਇਹ ਉਪਦੇਸ਼ ਸਾਨੂੰ ਦੇ ਦਿੱਤਾ ਵੀ ਆਪਣੀ ਮਾਂ ਬੋਲੀ ਪੰਜਾਬੀ ਦੇ ਨਾਲ ਜੁੜ ਕੇ ਰਹਿਣਾ। ਭਾਵੇਂ ਜਿਹੜੀ ਮਰਜ਼ੀ ਬੋਲੀ ਦਾ ਆਪਾਂ ਗਿਆਨ ਦੁਨੀਆ ਦੇ ਵਿੱਚ ਰੱਜ ਲਈਏ, ਕੋਈ ਮਾੜੀ ਗੱਲ ਨਹੀਂ, ਪਰ ਜੇ ਆਪਣੀ ਮਾਂ ਬੋਲੀ ਨੂੰ ਵਿਸਾਰ ਕੇ ਦੂਜੀਆਂ ਭਾਸ਼ਾਵਾਂ ਵੱਲ ਖਿੱਚੇ ਜਾਵਾਂਗੇ, ਫਿਰ ਕੋਈ ਫਾਇਦਾ ਨਹੀਂ। ਫਿਰ ਤਾਂ ਅਸੀਂ ਆਪਣੀ ਮਾਂ ਬੋਲੀ ਨੂੰ ਆਪ ਖਤਮ ਕਰਦੇ ਪਏ ਹਾਂ, ਕਿਸੇ ਦਾ ਕੋਈ ਕਸੂਰ ਨਹੀਂ ਹੈ। ਇਸ ਕਰਕੇ ਪਾਤਸ਼ਾਹ ਜੀ ਨੇ ਸਾਨੂੰ ਇੰਨੇ ਹਜ਼ਾਰਾਂ ਸਾਲ ਪੁਰਾਣੀ ਜਿਹੜੀ ਮਾਂ ਬੋਲੀ ਸੀ, ਉਹ ਸਾਨੂੰ ਬਖਸ਼ਿਸ਼ ਕੀਤੀ ਹੋਈ ਹੈ। ਇਹ ਕੇਵਲ ਪੰਜਾਬੀ ਦੇ ਅੱਖਰ ਜਿਹੜੇ ਆ, ਇਹ ਪਾਤਸ਼ਾਹ ਵੇਲੇ ਤੱਕ ਹੀ ਨਹੀਂ ਆਏ, ਜਾਂ ਮਾਂ ਬੋਲੀ ਪੰਜਾਬੀ ਕੇਵਲ ਗੁਰੂ ਸਾਹਿਬਾਨਾਂ ਤੱਕ ਨਹੀਂ ਸੀ, ਉਸ ਤੋਂ ਪਹਿਲਾਂ ਵੀ ਇਹ ਬੋਲੀ ਜਾਂਦੀ ਸੀ। ਪਰ ਪਾਤਸ਼ਾਹ ਜੀ ਨੇ ਇਹਨਾਂ ਪੰਜਾਬੀ, ਤੁਸੀਂ ਭਗਤ ਫਰੀਦ ਜੀ ਦੀ ਬਾਣੀ ਪੜ੍ਹ ਕੇ ਵੇਖੋ ਕਿਵੇਂ ਠੇਠ ਪੰਜਾਬੀ ਦੇ ਵਿੱਚ ਉਹ ਗੱਲ ਕਰਦੇ ਨੇ। ਤੇ ਭਗਤ ਫਰੀਦ ਜੀ ਤੇ ਗੁਰੂ ਸਾਹਿਬ ਤੋਂ ਕਿੰਨੇ ਸਾਲ ਪਹਿਲਾਂ ਹੋਏ, ਪਰ ਪਾਤਸ਼ਾਹ ਜੀ ਨੇ ਇਸ ਬੋਲੀ ਨੂੰ ਕਾਇਮ ਰੱਖਣ ਲਈ, ਇਹ ਖਤਮ ਨਾ ਹੋ ਜਾਵੇ, ਉਹਦੇ ਉੱਤੇ ਪਹਿਰਾ ਦਿੰਦਿਆਂ ਹੋਇਆਂ ਅੱਗੋਂ ਇਸ ਜ਼ਿੰਮੇਵਾਰੀ ਨੂੰ ਨਿਭਾਇਆ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਇਹਨਾਂ ਅੱਖਰਾਂ ਨੂੰ ਘਰ ਦੇ ਵਿੱਚ ਪਹੁੰਚਾਉਣ ਦੇ ਵਿੱਚ ਜ਼ੋਰ ਲਾਇਆ। ਬੱਚਿਆਂ ਨੂੰ ਵੀ ਆਪ ਪੜ੍ਹਾਉਣਾ, ਮਾਂ ਪਿਓ ਨੂੰ ਵੀ ਦੱਸਣਾ ਵੀ ਇਸ ਬੋਲੀ ਨੂੰ ਘਰ ਵਿੱਚ ਜਾ ਕੇ ਆਪਣੇ ਬੱਚਿਆਂ ਨੂੰ ਸਿਖਾਓ, ਆਪਣੀ ਬੋਲੀ ਨਾ ਵਿਸਾਰੋ। ਵਿਦਵਾਨਾਂ ਦੇ ਹਿਸਾਬ ਦੇ ਨਾਲ ਹੁਣ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 20 ਤੋਂ 22 ਭਾਸ਼ਾਵਾਂ ਦੀ ਰਿਸਰਚ ਹੋ ਚੁੱਕੀ ਹੈ, ਕਿ ਪਾਤਸ਼ਾਹ ਨੇ ਵੱਖ-ਵੱਖ ਬੋਲੀਆਂ ਦੇ ਵਿੱਚ ਗੁਰਬਾਣੀ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ। ਹੁਣ ਜਦੋਂ ਆਪਾਂ ਹਰਿਆਣੇ ਦੇ ਵਾਲੇ ਪਾਸੇ ਜਾਂਦੇ ਆ ਨਾ, ਉਸ ਪਾਸੇ ਵੀ ਹਰਿਆਣਵੀ ਬੋਲੀ ਜਾਂਦੀ ਹੈ। ਤੇ ਜਦੋਂ ਗੁਰਬਾਣੀ ਨੂੰ ਪੜ੍ਹਦੇ ਆ ਤੇ ਉਹਨਾਂ ਸ਼ਬਦਾਂ ਨੂੰ ਵੇਖ ਕੇ ਲੱਗਦਾ ਵੀ ਪਾਤਸ਼ਾਹ ਜੀ ਨੇ ਇਹਦੇ ਵਿੱਚ ਹਰਿਆਣਵੀ ਬੋਲੀ ਦੇ ਵੀ ਸ਼ਬਦ ਐਡ ਕੀਤੇ ਹੋਏ ਹੈ। ਭਗਤ ਕਬੀਰ ਜੀ ਦੀ ਬਾਣੀ ਪੜ੍ਹ ਕੇ ਵੇਖੋ, ਕਹਿੰਦੇ ਆ ਕਬੀਰ ਸੰਤ ਕੀ ਗੈਲ ਨਾ ਛੋਡੀ ਹੈ, ਮਾਰਗ ਲਾਗੋ ਜਾਓ। ਹੁਣ ਗੈਲ ਸ਼ਬਦ ਜਿਹੜਾ ਹਰਿਆਣੇ ਦੇ ਵਿੱਚ ਬੋਲਿਆ ਜਾਂਦਾ ਹੈ, ਤੇ ਗੈਲ ਕਹਿੰਦੇ ਨੇ ਰਸਤੇ ਨੂੰ ਵੀ ਪਿੱਛੇ ਆਣਾ। ਤੇ ਤੁਸੀਂ ਕਦੀ ਹਰਿਆਣੇ ਵਾਲੇ ਪਾਸੇ ਜਾਓਗੇ ਨਾ, ਇਸ ਸ਼ਬਦ ਨੂੰ ਆਮ ਵਰਤਿਆ ਜਾਂਦਾ ਹੈ ਕਿ ਮੇਰੇ ਗੈਲ ਆ ਜਾ।
ਗੈਲ ਭਾਵ ਮੇਰੇ ਰਸਤੇ ਰਸਤੇ ਮੇਰੇ ਪਿੱਛੇ ਪਿੱਛੇ ਆ ਜਾ। ਤੇ ਵੇਖੋ ਇਸ ਹਰਿਆਣਵੀ ਬੋਲੀ ਨੂੰ ਵੀ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਰੱਖਿਆ ਹੋਇਆ ਹੈ। ਜਦੋਂ ਆਪਾਂ ਅਰਬੀ ਭਾਸ਼ਾ ਦੀ ਗੱਲ ਕਰਦੇ ਹਾਂ, ਉਦੋਂ ਵੀ ਜਦੋਂ ਆਪਾਂ ਬਾਣੀ ਦੇ ਵਿੱਚ ਸ਼ਬਦ ਪੜ੍ਹਦੇ ਹੁੰਦੇ ਆ ਨਾ, ਪੀਰ ਪੈਗੰਬਰ ਸਾਲਕ ਸਾਦਕ ਸੌਦੇ ਔਰ ਸ਼ਹੀਦ, ਇਹ ਸ਼ਬਦ ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਹੈ, ਇਹ ਅਰਬੀ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਹੈ। ਇਹ ਅਰਬੀ ਭਾਸ਼ਾ ਦੇ ਸ਼ਬਦ ਨੇ ਸਾਰੇ। ਜਦੋਂ ਆਪਾਂ ਫਾਰਸੀ ਭਾਸ਼ਾ, ਕਿਉਂਕਿ ਉਸ ਸਮੇਂ ਪਾਤਸ਼ਾਹ ਵੇਲੇ ਬੋਲੀ ਜਾਂਦੀ ਸੀ ਅਰਬੀ ਤੇ ਫਾਰਸੀ, ਦੋਵਾਂ ਵਿੱਚ ਬੜਾ ਫਰਕ ਹੈ, ਜ਼ਮੀਨ ਅਸਮਾਨ ਦਾ। ਉਹਦਾ ਆਪਣਾ ਉਚਾਰਨ ਹੈ, ਉਹਦਾ ਆਪਣਾ ਉਚਾਰਨ ਹੈ। ਪਰ ਜਦੋਂ ਆਪਾਂ ਫਾਰਸੀ ਭਾਸ਼ਾ ਬਾਰੇ ਵੇਖਦੇ ਹਾਂ ਗੁਰਬਾਣੀ ਦੇ ਵਿੱਚ, ਤੇ ਪਾਤਸ਼ਾਹ ਕਹਿੰਦੇ ਨੇ ਯਕ ਅਰਜ ਗੁਫਤਮ ਪੇਸ਼ ਤੋਂ ਦਰ ਗੋਸ ਕੁਨ ਕਰਤਾਰ। ਇਹ ਜਿਹੜੀ ਭਾਸ਼ਾ ਪਾਤਸ਼ਾਹ ਜੀ ਨੇ ਵਰਤੀ ਹੈ, ਇਹ ਫਾਰਸੀ ਭਾਸ਼ਾ ਹੈ, ਪਰਸ਼ੀਅਨ। ਇਸ ਤੋਂ ਇਲਾਵਾ ਵੀ ਜਦੋਂ ਆਪਾਂ ਹੋਰ ਵੀ ਬਾਣੀਆਂ ਪੜ੍ਹਦੇ ਹਾਂ ਤੇ ਪਤਾ ਲੱਗਦਾ ਵੀ ਪਾਤਸ਼ਾਹ ਕਿਹੜੇ ਕਿਹੜੇ ਇਲਾਕੇ ਦੀ ਬਾਣੀ ਦੇ ਅੱਖਰ ਜਿਹੜੇ ਹੈ, ਉਚਾਰਨ ਜਿਹੜੇ ਹੈ, ਬੋਲੀ ਜਿਹੜੀ ਹੈ, ਉਹ ਗੁਰਬਾਣੀ ਦੇ ਵਿੱਚ ਐਡ ਕੀਤੀ ਹੋਈ ਹੈ। ਹੁਣ ਜਦੋਂ ਝੰਗ ਭਾਸ਼ਾ ਵੇਖਦੇ ਹਾਂ, ਉਦੋਂ ਯਾਰ ਵੇ ਇੱਕ ਡੂ ਇੱਕ ਚਾੜੈ ਹੋ ਕਿਸ ਚਿਤੇਹੀਆਂ ਇੱਕ ਡੂ। ਇਹ ਜਿਹੜਾ ਬੋਲੀ ਹੈਗੀ, ਜਿਨ੍ਹਾਂ ਨੂੰ ਆਪਾਂ ਝੰਗ ਦੀ ਬੋਲੀ ਕਹਿੰਦੇ ਆ, ਵੀ ਝਾਂਗੀਆਂ ਦੀ ਬੋਲੀ ਹੈ, ਜੇ ਲੋਕ ਝੰਗ ਤੋਂ ਆਏ ਹੁੰਦੇ ਆ, ਉਹ ਏਦਾਂ ਹੀ ਉਚਾਰਨ ਕਰਦੇ ਆ, ਇੱਕ ਡੂ ਇੱਕ। ਇਹ ਸ਼ਬਦ ਉਹਨਾਂ ਨੇ, ਤੁਸੀਂ ਉਹਨਾਂ ਦੀ ਬੋਲੀ ਜਰਾ ਪੁੱਛ ਕੇ ਵੇਖਿਓ, ਇਹ ਸ਼ਬਦ ਉਹਨਾਂ ਅੱਗੇ ਰੱਖੋਗੇ ਨਾ ਤੇ ਉਹਨਾਂ ਨੇ ਕਹਿ ਦੇਣਾ ਵੀ ਅਸੀਂ ਇਹ ਬੋਲੀ ਬੋਲਦੇ ਹਾਂ। ਤੇ ਕਮਾਲ ਦੀ ਗੱਲ ਹੈ, ਪਾਤਸ਼ਾਹ ਜੀ ਨੇ ਝੰਗ ਭਾਸ਼ਾ ਦੀ ਵੀ ਬੋਲੀ ਬਾਣੀ ਦੇ ਵਿੱਚ ਲਿਖੀ ਹੋਈ ਹੈ। ਜਦੋਂ ਸੰਸਕ੍ਰਿਤ ਭਾਸ਼ਾ ਵੇਖਦੇ ਹਾਂ, ਗਲਮਾਲਾ ਤਿਲਕ ਲਾਟੰ ਦੁ ਧੋਤੀ ਬਸਤ ਕਪਾਟੰ, ਇਹ ਸੰਸਕ੍ਰਿਤ ਦੀ ਭਾਸ਼ਾ ਹੈ। ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਪਾਤਸ਼ਾਹ ਬਾਣੀ ਦੇ ਵਿੱਚ ਜਿਹੜੇ ਸ਼ਬਦ, 4-5 ਤੁਹਾਨੂੰ ਉਦਾਹਰਨਾਂ ਦਿੱਤੀਆਂ ਨੇ ਵੀ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਨ ਕੀਤੇ ਹੋਏ ਹੈ, ਉਹਨਾਂ ਦੀ ਬੋਲੀ ਦੇ ਨੇ, ਪਰ ਪਾਤਸ਼ਾਹ ਜੀ ਨੇ ਲਿਖੇ ਮਾਂ ਬੋਲੀ ਪੰਜਾਬੀ ਦੇ ਵਿੱਚ। ਕਿੰਨਾ ਪਾਤਸ਼ਾਹ ਪਿਆਰ ਕਰਦੇ ਹੋਣਗੇ ਅੱਖਰ ਆਪਣੀ ਮਾਂ ਬੋਲੀ ਦੇ। ਭਾਵ ਗੁਰੂ ਸਾਹਿਬ ਸਾਨੂੰ ਇਸ਼ਾਰਾ ਕਰਨਾ ਚਾਹੁੰਦੇ ਨੇ, ਸਮਝਾਉਣਾ ਇਹ ਚਾਹੁੰਦੇ ਨੇ ਵੀ ਆਪਣੀ ਮਾਂ ਬੋਲੀ ਤੋਂ ਨਾ ਟੁੱਟ ਜਾਈਏ। ਮਾਂ ਬੋਲੀ ਭੁੱਲ ਜਾਵਾਂਗੇ, ਕੱਖਾਂ ਵਾਂਗੂ ਰੁੱਲ ਜਾਵਾਂਗੇ, ਇਹ ਚੇਤੇ ਰੱਖੀਏ ਆਪਾਂ। ਜਿਹੜੀਆਂ ਵੀ ਕੌਮਾਂ, ਜਿਨ੍ਹਾਂ ਦਾ ਵੀ ਧਰਮ ਜ਼ਿੰਦਗੀ ਦੇ ਵਿੱਚ ਖਤਮ ਹੁੰਦਾ ਨਾ, ਉਹਨਾਂ ਦਾ ਸਭ ਤੋਂ ਵੱਡਾ ਕਾਰਨ ਇਹੀ ਹੁੰਦਾ ਜਦੋਂ ਆਪਣੀ ਮਾਂ ਬੋਲੀ, ਆਪਣੇ ਧਰਮ ਗ੍ਰੰਥ ਦੇ ਵਿੱਚੋਂ ਨੂੰ ਭੁੱਲ ਜਾਂਦੇ ਹੈ। ਤੁਸੀਂ ਇਤਿਹਾਸ ਪੜ੍ਹ ਕੇ ਵੇਖੋ, ਜਰਮਨ ਦੇ ਵਿੱਚ ਜਦੋਂ ਯਹੂਦੀ ਕੌਮ ਦਾ ਕਤਲੇਆਮ ਹੋਇਆ ਸੀ, ਲੱਖਾਂ ਦੇ ਹਿਸਾਬ ਨਾਲ ਉਹਨਾਂ ਲੋਕਾਂ ਦਾ ਕਤਲੇਆਮ ਹੋਇਆ ਸੀ, ਯਹੂਦੀਆਂ ਦਾ, ਜਰਮਨ ਦੇ ਵਿੱਚ। ਤੇ ਉਹਨਾਂ ਦਾ ਜਦੋਂ ਨੁਕਸਾਨ ਹੋਇਆ, ਜਦੋਂ ਬਾਅਦ ਵਿੱਚ ਉਹ ਇਕੱਠੇ ਹੋਏ ਤੇ ਉਹਨਾਂ ਨੂੰ ਇਹ ਚਿੰਤਾ ਹੋ ਗਈ ਵੀ ਸਾਡਾ ਭਵਿੱਖ ਕੀ ਹੋਏਗਾ ਹੁਣ। ਸਾਰੇ ਲੋਕਾਂ ਨੂੰ ਹੁਣ ਇਸ ਚੀਜ਼ ਦੀ ਚਿੰਤਾ ਹੋ ਗਈ, ਟੈਨਸ਼ਨ ਹੋ ਗਈ ਵੀ ਸਾਡਾ ਭਵਿੱਖ ਕੀ ਹੋਏਗਾ, ਕਿੰਨਾ ਤੇ ਨੁਕਸਾਨ ਸਾਡਾ ਹੋ ਗਿਆ। ਤੇ ਉਹਨਾਂ ਨੇ ਵਿੱਚ ਕਿਸੇ ਨੇ ਸਲਾਹ ਦਿੱਤੀ ਵੀ ਅਸੀਂ ਆਪਣੇ ਜਿਹੜੇ ਸਾਡੇ ਵਿਦਵਾਨ ਨੇ, ਜਿਹੜੇ ਇਤਿਹਾਸਕਾਰ ਨੇ, ਉਹਨਾਂ ਤੋਂ ਸਲਾਹ ਲਈਏ ਵੀ ਸਾਡਾ ਹੁਣ ਭਵਿੱਖ ਕਿਵੇਂ ਠੀਕ ਹੋਏਗਾ, ਕਿਵੇਂ ਉਜਵਲ ਹੋਣਾ, ਨੁਕਸਾਨ ਤੇ ਕਿੰਨਾ ਹੋ ਗਿਆ। ਜਦੋਂ ਉਹਨਾਂ ਦੇ ਵਿਦਵਾਨ ਨੂੰ ਬੁਲਾਇਆ ਗਿਆ ਯਹੂਦੀਆਂ ਦੇ ਲੋਕਾਂ ਦੇ ਵਿੱਚ, ਉਹ ਕਹਿੰਦਾ ਵੀ ਜੇ ਮੈਂ ਇੱਥੇ ਗੱਲ ਕਰਾਂਗਾ ਸਾਡੇ ਭਵਿੱਖ ਬਾਰੇ ਤੇ ਮੈਨੂੰ ਵੀ ਸ਼ਾਇਦ ਮਾਰ ਦਿੱਤਾ ਜਾਏ, ਤੁਸੀਂ ਏਦਾਂ ਕਰੋ, ਮੈਨੂੰ ਇੱਕ ਤਾਬੂਤ ਦੇ ਵਿੱਚ ਪਾ ਕੇ ਨਾ ਜੰਗਲ ਦੇ ਵਿੱਚ ਲੈ ਕੇ ਚੱਲੋ, ਉੱਥੇ ਜਾ ਕੇ ਆਪਾਂ ਗੱਲ ਕਰਾਂਗੇ। ਤੇ ਤਾਬੂਤ ਪਾ ਕੇ ਭੁਲੇਖਾ ਵੀ ਇਹ ਵੀ ਕਿਸੇ ਦੀ ਮੌਤ ਹੋ ਗਈ ਹੈ,
बहाने दे नाल जंगल दे विच तबूत च पा के लै गए ते सारे लोग भी हैरान ते ये भी वेखण भी साडा विद्वान हुण साडे भविख बारे की गल कहेगा। ऐसी किहड़ी गल कहनी है जिहने वो जंगल च सानू लैके आया। जदों सारे इकट्ठे होए बैठे ते उहनूं ताबूत चों बाहर कढिया ते पुछिया भी दसो साडा हुण भविख की होएगा। उन्हां दा विद्वान कहंदा भी तीन गल्लां अपनी जिंदगी दे विच चेते रखियो जे जिंदगी च आजाद रहना है, जे जिंदगी दे विच अपना भविख चंगा बनाउणा ना, तीन गल्लां चेते रखियो। कहंदा पहली गल अपनी जिंदगी विचों ते अपने बच्चियां दी जिंदगी दे विचों अपनी मां बोली नूं कदी विसारियो ना। उस मां अपनी मां बोली नूं जरूर चेते रखिया जे, पहली गल ते ये है। दूजी गल कहंदे जे तुसीं आजाद रहना चाहते हो अपने आप नूं अपने धार्मिक ग्रंथ दे नाल जोड़ के रखियो। ते तीजी गल उन्हें कही भी जिहड़ा धार्मिक ग्रंथ है ना जो उन्हूं पढ़ना है तां अपनी मां बोली दे विच ही अपने बच्चिआं नूं पढ़ाइओ। आ तीन गल्लां अपनी जिंदगी दे विच चेते रखियो, तुहाडा भविख चंगा रहेगा। ते होया भी उदां ही। तुसीं पढ़ के वेखो यहूदियां दा इतिहास, अज वो सारे देश दे विचों सब तो पढ़ी लिखी कौम है। जिन्नी भी इकोनमी है सारी उन्हां दे हत्थ विच है। अपने घर दे विच अपनी मां बोली नूं वो इन्ना प्यार करदे है, एक एक बच्चे दे मूँह दे उत्ते चढ़ी हुंदी है, इन्ना वो प्यार करदे अपनी मां बोली। ते वेख लो जिन्हां नूं इन्ना कतलेआम होया होवे उन्हां ने किवें अपने भविख नूं उज्जवल बनाया अपनी मां बोली करके, अपने धार्मिक ग्रंथां नाल जुड़े होण करके। सब तो वड्डा उन्होंने कारण विद्वानां ने कहा भी अपनी मां बोली नाल जुड़ के रखियो, नहीं तो रुल जाओगे तुसीं। अज वेख लो किन्ने पढ़े लिखे ने, पढ़े लिखे कौमां दे विच सब तो उत्ते हो ने, इकोनमी उन्हां दे हत्थ विच है। आही गल गुरु नानक देव पातशाह जी सानू समझा के गए, गुरु पातशाह समझा के गए कि अपनी मां बोली पंजाबी नाल जुड़ना क्यों जरूरी है। तुहाडा इतिहास खत्म हो जाएगा, तुहाडा धर्म खत्म हो जाएगा, ग्रंथ खत्म हो जाएंगे जे अपनी मां बोली पंजाबी नूं अपनी जिंदगी दे विचों विसार दिता। हर एक देश दे विच तुसीं मैनू किन्ने साल हो गए थाईलैंड देश दे विच 8-9 साल हो गए, 2015 च आए सी पहली बार। पर इत्थे आके वेख्या भी थाईलैंड दे लोग अपनी भाषा दे नाल बहुत प्यार करते हैं। तुहानूं इत्थे जे काम करना है ना, तुहानूं उन्हां दी मां बोली पंजाबी आनी जरूरी है, उस तो बगैर तुसीं काम नहीं इत्थे कर सकते, कामयाब नहीं हो सकते। पहल के आधार पर उन्होंने अपनी मां बोली पंजाबी नूं रखिया होया। साउथ वाले पासे इंडिया तो तुर जो कन्नड़ भाषा हो वेखो अपनी बोली दे नाल इन्ना प्यार करते हैं। पर साडे अपने पंजाब दे विच की बनिया पिया इहदी गल करके वेखो, अज असीं अपनी मां बोली तो टुटदे पे हैं। क्यों आपां अपनी मां बोली तो टुटदे हैं, क्यों साडा अपनी मां बोली दे नाल प्यार नहीं। सारियां भाषावां अपने बच्चिआं नूं सिखाओ जो सीखना चाहते ने, इस चीज़ की कोई मनाही नहीं, रज रज प्यार कर लो। पर जिहड़ा प्यार जिहड़ा थां अपने दिल दे विच अपनी मां बोली पंजाबी नूं देना ना, वो कोई होर नहीं लै सकदा। कि साडी जिंदगी च साडी मां दी थां कोई होर लै सकदा, इस तो अंदाजा ला लो। जिवें असीं अपनी मां नाल प्यार करदे हां उहदी थां कोई होर नहीं लै सकदा, इस तरह साडी जिंदगी दे विच अपनी मां बोली नाल इन्ना प्यार करो उहदी थां कोई नहीं लै सकदा। किसी ने बड़ा सोहना लिखिया, गुरमुखी अखर गुरां ने दिते मनो नाए विसारियो जी, लख इलम
ਦੁਨਿਆਵੀ ਸਿੱਖੋ ਪਰ ਮਾਂ ਬੋਲੀ ਨਾ ਵਿਸਾਰਿਓ ਜੀ। ਜਿੰਨਾ ਮਰਜ਼ੀ ਦੂਜੀਆਂ ਭਾਸ਼ਾਵਾਂ ਸਿੱਖੋ ਪਰ ਆਪਣੀ ਮਾਂ ਬੋਲੀ ਨਾ ਵਿਸਾਰੀਏ। ਪਰ ਅੱਜ ਜਿਵੇਂ ਦੇ ਹਾਲਾਤ ਬਣਦੇ ਪਏ ਐ, ਬਹੁਤਾਤ ਗਿਣਤੀ ਦੇ ਵਿੱਚ ਆਪਣੇ ਸਿੱਖ, ਆਪਣੇ ਪੰਜਾਬੀ ਆਪਣੀ ਮਾਂ ਬੋਲੀ ਤੋਂ ਟੁੱਟਦੇ ਪਏ ਐ। ਤੇ ਬੱਚਿਆਂ ਨੂੰ ਮਾਂ ਬੋਲੀ ਦੇ ਨਾਲ ਟੁੱਟਣ ਦੇ ਵਿੱਚ ਸਭ ਤੋਂ ਵੱਡਾ ਕਾਰਨ ਮਾਂ ਹੈ, ਜਿਹਨੇ ਉਹਨਾਂ ਨੂੰ ਆਪਣੀ ਮਾਂ ਬੋਲੀ ਦੇ ਨਾਲ ਨਹੀਂ ਜੋੜਿਆ। ਸਭ ਤੋਂ ਵੱਡਾ ਕਾਰਨ, ਕਿਉਂਕਿ ਬੱਚਾ ਜਿਹੜਾ ਹੈ ਸਭ ਤੋਂ ਵੱਧ ਮਾਂ ਦੇ ਕੋਲ ਰਹਿੰਦਾ ਹੈ, ਮਾਂ ਦੀ ਗੋਦ ਵਿੱਚ ਰਹਿੰਦਾ ਹੈ। ਪਿਤਾ ਤੇ ਸਵੇਰੇ ਕੰਮ ਤੇ ਗਿਆ, ਸ਼ਾਮੀ ਵਾਪਸ ਆਉਂਦਾ ਹੈ, ਸਾਰਾ ਦਿਨ ਬਾਹਰ ਰਹਿੰਦਾ ਹੈ, ਪਰ ਮਾਂ ਬੱਚੇ ਦੇ ਕੋਲ ਰਹਿੰਦੀ ਹੈ। ਜੇ ਅਸੀਂ ਚਾਹੁੰਦੇ ਹਾਂ ਨਾ ਆਪਣੀ ਮਾਂ ਬੋਲੀ ਬੱਚਿਆਂ 'ਚ ਜਿਉਂਦੀ ਰਵੇ, ਆਪਣੇ ਬੱਚਿਆਂ ਦੇ ਨਾਲ ਪੰਜਾਬੀ ਬੋਲੀਏ, ਆਪਣੇ ਘਰ ਦੇ ਵਿੱਚ ਪੰਜਾਬੀ ਲਾਗੂ ਕਰੀਏ 100%। ਬਾਕੀ ਭਾਸ਼ਾਵਾਂ ਇੰਗਲਿਸ਼ ਹੋ ਗਈ, ਹਿੰਦੀ ਹੋ ਗਈ, ਉਹਨਾਂ ਨੇ ਬਾਹਰ ਵੀ ਸਿੱਖ ਆਉਣੀ ਹੈ, ਵੱਖ-ਵੱਖ ਲੋਕਾਂ ਨਾਲ ਮਿਲਣਾ, ਸਿੱਖ ਜਾਣੀ ਹੈ, ਸਕੂਲਾਂ ਦੇ ਵਿੱਚ ਸਿੱਖ ਜਾਣਗੇ। ਹਰਿਆਣੇ ਸਾਈਡ, ਦਿੱਲੀ ਸਾਈਡ ਤੁਰ ਜਾਓ, ਉੱਥੇ ਪੰਜਾਬੀ ਭਾਸ਼ਾ ਇੰਨੀ ਸਕੂਲਾਂ 'ਚ ਲਾਗੂ ਨਹੀਂ ਵੀ ਜ਼ਰੂਰੀ ਹੈ ਲੈਣੀ। ਉੱਥੇ ਸਾਨੂੰ ਆਪ ਆਪਣੀ ਜ਼ਿੰਮੇਵਾਰੀ ਸਮਝਣੀ ਪਏਗੀ। ਅਸੀਂ ਸਕੂਲਾਂ ਉੱਤੇ ਡਿਪੈਂਡ ਨਾ ਰਹੀਏ ਕਿ ਸ਼ਾਇਦ ਉਹ ਸਿਖਾ ਦੇਣਗੇ, ਸਾਨੂੰ ਆਪ ਸਿਖਾਉਣੀ ਪਏਗੀ। ਸਾਨੂੰ ਪਤਾ ਨਹੀਂ ਕਿਉਂ ਆਪਣੀ ਬੋਲੀ ਦੇ ਨਾਲ ਸ਼ਰਮ ਆਉਂਦੀ ਹੈ। ਅਸੀਂ ਆਪਣੇ ਬੱਚਿਆਂ ਨਾਲ, ਮੈਂ ਜਦੋਂ ਵੇਖਦਾ ਵਾ ਨਾ ਵੀ ਆਪਣੇ ਸਿੱਖ ਪਰਿਵਾਰਾਂ ਦੇ ਵਿੱਚ ਮਾਵਾਂ ਹੀ ਆਪਣੇ ਬੱਚਿਆਂ ਦੇ ਨਾਲ ਹਿੰਦੀ ਬੋਲੀ ਜਾਂਦੀਆਂ ਨੇ, ਉਹ ਇੰਗਲਿਸ਼ ਸ਼ਬਦ ਬੋਲਦੀਆਂ ਨੇ, ਸੋਚਦੀਆਂ ਵੀ ਅਸੀਂ ਪਤਾ ਨਹੀਂ ਕਿੰਨੇ ਕੁ ਪੜ੍ਹੇ ਲਿਖੇ ਹੋ ਗਏ ਆ। ਭਾਵੇਂ ਇੰਗਲਿਸ਼ ਮੂੰਹ ਚੜ੍ਹਦੀ ਹੋਵੇ ਪਰ ਬੋਲਣੀ ਜ਼ਰੂਰ ਹੈ। ਪਰ ਜਿਹੜਾ ਆਨੰਦ, ਜਿਹੜਾ ਪਿਆਰ ਆਪਣੀ ਮਾਂ ਬੋਲੀ ਦੇ ਵਿੱਚ ਹੈ, ਉਹ ਆਪਣੀ ਮਾਂ ਬੋਲੀ ਵਿੱਚ ਹੀ ਹੈ। ਸਰੀਰ ਦੇ ਅੰਗਾਂ ਦੇ ਨਾਲ ਜੇ ਇੰਗਲਿਸ਼ ਦੇ ਵਿੱਚ ਮਾਂ ਮਹਿਸੂਸ ਕਰਦੀ ਹੈ ਨਾ ਵੀ ਪਾਰਟਸ ਆਫ ਬੋਡੀ ਮੇਰੇ ਬੱਚੇ ਨੂੰ ਆਉਂਦੇ ਨੇ, ਤੇ ਪੰਜਾਬੀ ਮਾਂ ਬੋਲੀ 'ਚ ਵੀ ਉਹਨੂੰ ਦੱਸੋ। ਜੇ ਅੱਖ, ਜਿਹੜੀ ਸਾਡੀ ਅੱਖ ਹੈ ਉਹਨੂੰ ਪੰਜਾਬੀ 'ਚ ਅੱਖ ਦੱਸੋ ਵੀ ਇਹਨੂੰ ਅੱਖ ਪੰਜਾਬੀ 'ਚ ਕਹਿੰਦੇ ਆ, ਇੰਗਲਿਸ਼ ਜੇ ਆਈਸ ਦੱਸਿਆ ਤੇ। ਪਰ ਆਪਾਂ ਆਪਣੀ ਮਾਂ ਬੋਲੀ ਦੇ ਵਿੱਚ ਦੱਸਣ ਲੱਗਿਆ ਸ਼ਰਮ ਮਹਿਸੂਸ ਕਰਦੇ ਹਾਂ, ਹੱਸਦੇ ਹਾਂ। ਕਿੰਨੀ ਸ਼ਰਮ ਵਾਲੀ ਗੱਲ ਹੈ। ਇਸ ਕਰਕੇ ਹਰ ਇੱਕ ਮਾਂ ਨੂੰ ਬੇਨਤੀ ਹੈ ਵੀ ਆਪਣੇ ਬੱਚਿਆਂ ਦੇ ਵਿੱਚੋਂ ਪੰਜਾਬੀ ਮਾਂ ਬੋਲੀ ਨਾ ਕੱਢੋ। ਪਰ ਜੇ ਮਾਂ ਹੀ ਆਪਣੀ ਜ਼ਿੰਦਗੀ ਦੇ ਵਿੱਚ ਪੰਜਾਬੀ ਉਹਨੂੰ ਬੋਲਣੀ ਨਹੀਂ ਆਉਂਦੀ, ਲਿਖਣੀ ਨਹੀਂ ਆਉਂਦੀ, ਪੜ੍ਹਨੀ ਨਹੀਂ ਆਉਂਦੀ, ਉਸ ਮਾਂ ਤੋਂ ਕਦੀ ਵੀ ਉਮੀਦ ਨਾ ਕਰੋ ਵੀ ਉਹਦਾ ਬੱਚਾ ਪੰਜਾਬੀ ਸਿੱਖੇਗਾ, ਬੋਲੇਗਾ। ਕਿਉਂਕਿ ਮਾਂ ਨੇ ਬੱਚੇ ਦਾ ਭਵਿੱਖ ਬਣਾਉਣਾ ਹੁੰਦਾ ਹੈ। ਬਚਪਨ ਉਹ ਮਾਂ ਦੀ ਗੋਦ ਵਿੱਚ ਹੀ ਨਿਕਲਦਾ ਹੈ। ਮਾਂ ਜਿਹੜੀ ਬੋਲੀ ਬੋਲਦੀ ਹੈ ਬੱਚੇ ਉੱਤੇ ਉਹ ਅਸਰ ਹੁੰਦਾ ਹੈ। ਭਾਵੇਂ ਮਾਂ ਗਰਭਵਤੀ ਵੀ ਹੋਵੇ ਨਾ, ਪ੍ਰੈਗਨੈਂਟ ਵੀ ਹੋਵੇ, ਉਸ ਚੀਜ਼ ਦਾ ਵੀ ਅਸਰ ਬੱਚੇ ਹੁੰਦੇ ਹੁੰਦਾ ਹੈ, ਮਾਂ ਕੀ ਕਰਦੀ ਪਈ ਹੈ। ਜੇ ਮਾਂ ਦੇ ਖਾਣ ਦਾ ਅਸਰ ਬੱਚੇ ਉੱਤੇ ਪੈ ਸਕਦਾ ਹੈ, ਤੇ ਮਾਂ ਦੀ ਬੋਲੀ ਦਾ ਅਸਰ ਕਿਉਂ ਨਾ ਬੱਚੇ ਉੱਤੇ ਪਏਗਾ, ਜ਼ਰੂਰ ਪਏਗਾ। ਅਸੀਂ ਤੇ ਮਾਂ ਬੋਲੀ ਦੇ ਸ਼ਬਦਾਂ ਨੂੰ ਵੀ ਵਿਗਾੜਨ ਲੱਗ ਪਏ ਹਾਂ। ਇੰਨੇ ਸੋਹਣੇ ਸ਼ਬਦ ਸਾਨੂੰ ਮਿਲੇ ਹੋਏ ਸੀ। ਚਾਚਾ ਸ਼ਬਦ ਕਿੰਨਾ ਸੋਹਣਾ ਹੈ ਪਰ ਉਹਦਾ ਚਾਚੂ ਬਣਾਤਾ। ਤਾਇਆ ਸ਼ਬਦ ਕਿੰਨਾ ਸੋਹਣਾ ਹੈ, ਉਹਦਾ ਤਾਊ ਬਣਾਤਾ। ਭੂਆ ਸ਼ਬਦ ਕਿੰਨਾ ਸੋਹਣਾ ਸੀ, ਉਹਦੀ ਭੂਈ ਬਣਾਤਾ। ਫੁੱਫੜ ਸ਼ਬਦ ਕਿੰਨਾ ਚੰਗਾ ਸੀ, ਉਹਦਾ ਫੁੱਫੂ ਬਣਾਤਾ। ਮਾਮਾ ਸ਼ਬਦ ਕਿੰਨਾ ਸੋਹਣਾ ਸੀ, ਉਹਦਾ ਮਾਮੂ ਬਣਾਤਾ। ਇਹ ਹਾਲਾਤ ਸਾਡੇ ਬਣਦੇ ਪਏ, ਅਸੀਂ ਏਦਾਂ ਆਪਣੀ ਬੋਲੀ ਨੂੰ ਵਿਗਾੜਦੇ ਪਏ ਹਾਂ। ਅੱਜ ਤੇ ਆਪਾਂ ਹੱਸਦੇ ਹਾਂ, ਇਹ ਕੋਈ ਬੋਲੀ ਥੋੜੀ ਨਾ ਕਿਸੇ ਦੀ ਵੀ ਆ ਜਿਹੜੇ ਸ਼ਬਦ ਅਸੀਂ ਨਵੇਂ ਨਵੇਂ ਉਚਾਰਨ ਕਰਨ ਲੱਗ ਪਏ ਹਾਂ, ਸ਼ਾਰਟਕਟ ਕਰਨ ਲੱਗ ਗਏ ਹਾਂ ਕੰਮ। ਇਹ ਕੋਈ ਬੋਲੀ ਨਹੀਂ ਹੈ। ਆਹੀ ਬੋਲੀ ਹੈ, ਜਿਹੜੇ ਸ਼ੁੱਧ ਉਚਾਰਨ ਨੇ ਆਹੀ ਨੇ। ਚਾਚਾ, ਮਾਮਾ, ਭੂਆ, ਫੁੱਫੜ, ਇਹ ਸ਼ੁੱਧ ਉਚਾਰਨ ਨੇ, ਇਹੀ ਨੇ ਅਸਲੀ ਸ਼ਬਦ।
ਪਰ ਆਪਾਂ ਇਹਨਾਂ ਸ਼ਬਦਾਂ ਨੂੰ ਹੁਣ ਸਾਡੇ ਘਰਾਂ 'ਚੋਂ ਵਿਸਾਰਦੇ ਪਏ ਹਾਂ। ਬੜਾ ਮਾਣ ਨਾਲ ਕਹਿ ਬੋਲਦੇ ਹੁੰਦੇ ਆ ਸ਼ਬਦ, ਅਸੀਂ ਮਜ਼ਾਕ ਉਡਾਉਂਦੇ ਹਾਂ ਮਾਂ ਬੋਲੀ ਪੰਜਾਬੀ ਦਾ। ਤੇ ਅੱਜ ਹੱਸਦੇ ਪਏ ਹਾਂ ਤੇ ਆਉਣ ਵਾਲੇ ਸਮੇਂ 'ਚ ਰੋਵਾਂਗੇ। ਆਪਣੇ ਬੱਚਿਆਂ ਨੂੰ ਜੇ ਪੰਜਾਬੀ ਨਾ ਸਿਖਾਈ ਨਾ, ਆਪਣੇ ਧਾਰਮਿਕ ਗ੍ਰੰਥ ਨਹੀਂ ਉਹ ਪੜ੍ਹ ਸਕਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਵੇਂ ਪੜ੍ਹਨਗੇ ਆਪਣੇ ਬੱਚੇ ਜੇ ਉਹਨਾਂ ਨੂੰ ਪੰਜਾਬੀ ਨਾ ਆਉਂਦੀ ਹੋਈ। ਮਾਂ ਬੋਲੀ ਤੋਂ ਤੇ ਟੁੱਟਣਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਵੀ ਉਹਨਾਂ ਨੇ ਟੁੱਟ ਜਾਣਾ। ਸਾਰੀ ਜ਼ਿੰਦਗੀ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਕਰਨਾ, ਉਹਨਾਂ ਨੂੰ ਬੋਲੀ ਵੀ ਨਹੀਂ ਆਉਂਦੀ। ਤੇ ਘੱਟੋ ਘੱਟ ਇਹੀ ਸੋਚ ਕੇ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਈਏ, ਪੰਜਾਬੀ ਬੋਲੀਏ, ਤੇ ਸਾਡੇ ਬੱਚੇ ਘੱਟੋ ਘੱਟ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਪਾਤਸ਼ਾਹ ਜੋੜ ਕੇ ਗਏ ਨੇ ਆਪਣੀ ਜ਼ਿੰਦਗੀ 'ਚ, ਉਹਨਾਂ ਨੂੰ ਪੜ੍ਹ ਤੇ ਲੈਣ। ਜਦੋਂ ਹਰ ਇੱਕ ਮਾਂ ਪਿਓ ਇਹ ਸੋਚਣ ਲੱਗ ਗਿਆ ਤੇ ਮਜਾਲ ਹੈ ਘਰ ਦੇ ਵਿੱਚੋਂ ਪੰਜਾਬੀ ਖਤਮ ਹੋ ਜਾਵੇ। ਅਸੀਂ ਘਰ ਦੇ ਵਿੱਚ ਹਿੰਦੀ ਇੰਗਲਿਸ਼ ਬੋਲਣ ਲੱਗ ਪਏ ਆ ਤੇ ਪੰਜਾਬੀ ਮਾਂ ਬੋਲੀ ਨੂੰ ਆਪ ਇੰਝ ਲੱਗਦਾ ਵੀ ਜਿਵੇਂ ਗਲਾ ਘੋਟ ਕੇ ਪੰਜਾਬੀ ਮਾਂ ਬੋਲੀ ਨੂੰ ਆਪ ਮਾਰਦੇ ਪਏ ਆ ਅਸੀਂ ਆਪਣੇ ਹੱਥੀਂ, ਕਿਸੇ ਨੇ ਨਹੀਂ ਮਾਰਨਾ। ਤੇ ਯਹੂਦੀਆਂ ਦਾ ਹਾਲ ਵੇਲੋ ਕੀ ਹੋਣਾ ਸੀ ਜੇ ਉਹ ਆਪਣੀ ਬੋਲੀ ਤੋਂ ਟੁੱਟ ਜਾਂਦੇ। ਤੇ ਸਾਨੂੰ ਸਿੱਖਣ ਦੀ ਲੋੜ ਹੈ, ਜੇ ਅਸੀਂ ਵੀ ਆਪਣੀ ਬੋਲੀ ਤੋਂ ਟੁੱਟ ਗਏ ਸਾਡਾ ਭਵਿੱਖ ਕੀ ਬਣੇਗਾ। ਗੁਰੂ ਘਰ ਦੇ ਵਿੱਚ ਹੁਕਮਨਾਮਾ ਸਾਹਿਬ ਲਿਖਿਆ ਹੁੰਦਾ, ਜੇ ਬੋਲੀ ਨਾ ਆਈ ਤੇ ਹੁਕਮਨਾਮਾ ਨਹੀਂ ਬੱਚੇ ਪੜ੍ਹ ਸਕਦੇ। ਸਕਰੀਨਾਂ ਤੇ ਸ਼ਬਦ ਚੱਲਦੇ ਆ, ਬੱਚੇ ਨਾਲ ਪੜ੍ਹ ਨਹੀਂ ਸਕਦੇ, ਉਹਨਾਂ ਦਾ ਸ਼ਰਾਰਤਾਂ ਵੱਲ ਹੀ ਧਿਆਨ ਰਹਿਣਾ। ਗੁਰਦੁਆਰੇ ਉਹ ਫਿਰ ਘੁੰਮਣ ਫਿਰਨ ਹੀ ਆਉਣਗੇ ਬਸ, ਜੇ ਆਪਣੀ ਬੋਲੀ ਨਾਲ ਨਾ ਜੋੜਿਆ। ਹਰ ਇੱਕ ਮਾਂ ਕੋਸ਼ਿਸ਼ ਕਰੇ, ਹਰ ਇੱਕ ਪਿਓ ਕੋਸ਼ਿਸ਼ ਕਰੇ ਆਪਣੀ ਮਾਂ ਬੋਲੀ ਨੂੰ ਪੰਜਾਬੀ ਘਰ ਦੇ ਵਿੱਚ ਲਾਗੂ ਕਰੇ, ਗੱਲ ਕਰੇ, ਮਾਣ ਮਹਿਸੂਸ ਕਰਕੇ ਗੱਲ ਕਰੋ। ਇੰਗਲਿਸ਼ ਨੂੰ ਇੰਨਾ ਵੱਡਾ ਹਵਾ ਨਾ ਆਪਣੀ ਜ਼ਿੰਦਗੀ 'ਚ ਬਣਾਓ ਵੀ ਸ਼ਾਇਦ ਇਹੀ ਭਵਿੱਖ ਹੈ, ਹੋਰ ਕੋਈ ਨਹੀਂ ਹੈਗਾ। ਕਦੀ ਇਤਿਹਾਸ ਪੜ੍ਹ ਕੇ ਵੇਖੋ, ਤੁਹਾਨੂੰ ਪਤਾ ਲੱਗ ਜਾਏਗਾ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਆਪਣੀ ਮਾਂ ਬੋਲੀ ਦੇ ਵਿੱਚ ਕਿੰਨਾ ਕਿੰਨਾ ਮਾਣ ਮਹਿਸੂਸ ਕੀਤਾ ਹੋਇਆ ਹੈ। ਚਾਈਨਾ 'ਚ ਜਾ ਕੇ ਵੇਖੋ, ਲੋਕ ਚੀਨੀ ਭਾਸ਼ਾ ਬੋਲਦੇ ਆ, ਉਹ ਮਾਣ ਮਹਿਸੂਸ ਕਰਦੇ ਆ। ਥਾਈਲੈਂਡ ਆਓ, ਥਾਈ ਭਾਸ਼ਾ ਬੋਲਦੇ ਆ, ਉਹ ਮਾਣ ਮਹਿਸੂਸ ਕਰਦੇ ਆ। ਆਪਣੀ ਮਾਂ ਬੋਲੀ ਨਹੀਂ ਮਰਨ ਦਿੰਦੇ। ਤੇ ਸਾਡੇ ਵਾਲੇ ਤੇ ਬੜੇ ਘੱਟ ਨੇ ਜਿਹੜੇ ਇਸ ਪਾਸੇ ਧਿਆਨ ਦਿੱਤਾ ਹੋਇਆ ਹੈ, ਪਰ ਬਹੁਤੇ ਤੇ ਧਿਆਨ ਹੀ ਨਹੀਂ ਦਿੱਤਾ ਹੋਇਆ। ਉਹ ਮਾਣ, ਉਹ ਹੱਸਦੇ ਆ ਕਿ ਸਾਡੇ ਬੱਚਿਆਂ ਨੂੰ ਸ਼ੁਕਰ ਹੈ ਇੰਗਲਿਸ਼ ਆ ਗਈ, ਹਿੰਦੀ ਆ ਗਈ। ਮਾਂ ਬੋਲੀ ਦੀ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੈ, ਉਹ ਕਹਿੰਦੇ ਨਾ ਵੀ ਆਵੇ ਚੱਲ ਜਾਏਗਾ। ਪਰ ਵੇਖਿਓ ਆਉਣ ਵਾਲਾ ਭਵਿੱਖ ਆਪਣੇ ਇਤਿਹਾਸ ਤੋਂ, ਆਪਣੇ ਗ੍ਰੰਥਾਂ ਤੋਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਵੀ ਟੁੱਟ ਜਾਣਾ। ਬੱਚਿਆਂ ਨੇ ਬਾਣੀ ਨਹੀਂ ਪੜ੍ਹਨੀ। ਅੱਖਰਾਂ ਦਾ ਜੇ ਗਿਆਨ ਉਹਨਾਂ ਨੂੰ ਹੋਇਆ ਤੇ ਉਹਨਾਂ ਨੇ ਉਚਾਰਨ ਹੀ ਨਹੀਂ ਉਹਨਾਂ ਅੱਖਰਾਂ ਦੇ ਕਰਨੇ। ਆ ਕੈਨੇਡਾ ਇੰਗਲੈਂਡ ਵਾਲੇ ਪਾਸੇ ਜਾਓ ਨਾ, ਜੇ ਪੁੱਛੋ ਵੀ ਬੱਚੇ ਨੂੰ ਵੀ ਕੀ ਕਰਦੇ ਪਏ ਹੋ, ਉਹ ਕਹਿੰਦਾ ਮੈਂ ਪੜ੍ਹਾਈ ਕਰ ਰਿਹਾ। ਪੜ੍ਹਾਈ ਡਾੜਾ ਅੱਖਰ ਹੀ ਖਾ ਜਾਂਦੇ ਆ, ਕਿਉਂਕਿ ਉਹਨਾਂ ਨੂੰ ਦੱਸਿਆ ਹੀ ਨਹੀਂ ਗਿਆ ਵੀ ਡਾੜਾ ਅੱਖਰ ਵੀ ਹੈ ਆਪਣੀ ਬੋਲੀ ਦੇ ਵਿੱਚ। ਬੱਚੇ ਆਪਸ ਦੇ ਵਿੱਚ ਲੜ ਪੈਣ, ਉਧਰ ਦੇ ਬੱਚੇ ਕਹਿਣਗੇ ਲੜਾਈ ਕਰਦਾ ਪਿਆ ਮੇਰੇ ਨਾਲ, ਉਹ ਰਾੜੇ ਨੂੰ ਰਾੜਾ ਕਹੀ ਜਾਂਦੇ ਆ, ਕਿਉਂਕਿ ਉਹਨਾਂ ਨੂੰ ਦੱਸਿਆ ਹੀ ਨਹੀਂ ਗਿਆ ਵੀ ਰਾੜਾ ਅੱਖਰ ਵੀ ਆਪਣੀ ਬੋਲੀ ਦਾ, ਵੀ ਪੜ੍ਹਾਈ ਨਹੀਂ ਹੁੰਦਾ ਪੜ੍ਹਾਈ ਹੁੰਦਾ, ਤੇ ਲੜਾਈ ਨਹੀਂ ਹੁੰਦਾ ਲੜਾਈ ਹੁੰਦਾ। ਕਦੇ ਸੋਚ ਕੇ ਵੇਖੋ ਵੀ ਆਹ ਹਾਲ ਬਣਦੇ ਪਏ। ਤੇ ਜੇ ਪੰਜਾਬੀ ਮਾਂ ਬੋਲੀ ਖਤਮ ਹੋਏਗੀ, ਉਹਨਾਂ ਗਲਾ ਅਸੀਂ ਆਪ ਘੁੱਟਿਆ ਉਸ ਚੀਜ਼ ਦਾ। ਆਪਣੇ ਬੱਚਿਆਂ ਨੂੰ 35 ਅੱਖਰ ਜਿਹੜੇ ਸਾਨੂੰ ਮਿਲੇ ਹੋਏ ਆ ਗੁਰਮੁਖੀ ਦੇ, ਉਹ ਸਿਖਾਓ, ਉਹਨਾਂ ਦਾ ਉਚਾਰਨ ਦੱਸੋ। ਮਾਤਰਾਵਾਂ, ਸਿਹਾਰੀ ਬਿਹਾਰੀ, ਔਂਕੜ ਦੁਲੈਂਕੜ, ਲਾਂ ਦਲਾਂ, ਟਿੱਪੀ ਸਾਰਾ ਦੱਸੋ। ਮਾਂ, ਹਰ ਇੱਕ ਮਾਂ ਇਹ ਆਪਣੀ ਮਾਂ ਬੋਲੀ ਪੰਜਾਬੀ ਨੂੰ ਸਿੱਖੇ ਤੇ ਆਪਣੇ ਬੱਚਿਆਂ ਨੂੰ ਸਿਖਾਏ, ਘਰ 'ਚ ਕਲਾਸ ਲਾਵੇ ਉਹਦੀ। ਬਾਹਰੋਂ ਕੋਈ ਆਸ ਨਾ ਰੱਖਿਓ, ਸਕੂਲ ਤੋਂ, ਸਮਾਜ ਵਿੱਚੋਂ, ਵੀ ਤੁਹਾਡਾ ਬੱਚਾ ਪੰਜਾਬੀ ਮਾਂ ਬੋਲੀ ਬੋਲਣੀ ਭਾਵੇਂ ਸਿੱਖ ਗਏ ਪਰ ਉਹ ਪੜ੍ਹ ਨਹੀਂ ਸਕਦਾ, ਨਾ ਕਿਸੇ ਨੂੰ ਸਿਖਾ ਸਕਦਾ। ਬੜੇ ਬੱਚੇ ਐਸੇ ਵੀ ਹੈਗੇ ਆ ਜਿਹੜੇ ਸੋਹਣੀ ਪੰਜਾਬੀ ਵੀ ਬੋਲਦੇ ਆ, ਪੜ੍ਹਦੇ ਵੀ, ਉਹਨਾਂ ਨੂੰ ਇੰਗਲਿਸ਼ ਵੀ ਟੋਕਦੀ ਆਉਂਦੀ ਹੈ।
क्योंकि उन्होंने संगत उवें दी दिती गई भी अपनी मां बोली नाल जुड़ के रखियो। मैं फिर कहना वा भी कोई भाषा माड़ी नहीं, बच्चे जिहड़ी मर्जी फ्रेंच भी सीखन, चीनी, जो दिल करदा सीख लैण, पर पहले नंबर ते अपनी मां बोली पंजाबी तो नहीं टुटना, वो सीखनी है। उते तो टुट के बाकी भाषावां सीखोगे फिर कोई फायदा नहीं, जाओ जो मर्जी करी जाइए। अजे अपने गुरु की बोली तो बेमुख होंदे पे, अपनी मां बोली तो। ਵੱਡੀ ਗੱਲ ਤੁਸੀਂ ਵੇਖ ਲਓ, ਬੱਚਿਆਂ ਨੇ ਗੁਰਬਾਣੀ नहीं पढ़नी जो उन्होंने पंजाबी ना आती हुई, शुद्ध उच्चारण ना आया। ये सारा सोचने का विषय है, ना सोचिया ना ते भविख वेख लेना की होएगा। दूजे धर्मां दे लोग जिहड़ी मर्जी भाषा बोलन, उन्होंने मुबारक है, वो हिंदी घर च बोलते हैं, बोली जान। जिहड़े हिंदू भी ने घर च हिंदी बोलते हैं, पर अखां नीवियां उत्थे हुंदियां ने जदों अपने सिख हो के बच्चे जिहड़े आ हिंदी बोलते, इंग्लिश बोलते, पंजाबी बोलते आंदी ही नहीं उन्होंने, क्योंकि मां नहीं बोलती ना उन्होंने बोली। मां दे नाल ही मां बोली जुड़ी हुई है। ये तो आप सख्त होना पेगा घर दे विच, हर एक पिता नूं, हर एक दादे नूं, दादी नूं किसी घर दे विच पंजाबी बोलनी है। ये रूल अपने घर च लागू कर लो, तुहाडा बच्चा कदी भी पंजाबी तो नहीं टुटेगा। गुरु घर के वजीर नूं कह दो अपने बच्चों नूं पंजाबी सिखा दे। इलाके दे विच बच्चे 10-15 इकट्ठे कर लो, अपने 1 महीना 2 महीना क्लासां लाओ, सारी उम्र पंजाबी मां बोली नहीं भुली जानी। सिर्फ इन्ना कोई है, साडे वर्गे ने एक बारी पंजाबी सीखी है तो उस बाद सारी उम्र काम आ रही है ना। ये थोड़ा ना भी बार बार सीखते पे हैं। इस तरह महीना 2 क्लासां लानियां ने, सारी जिंदगी अपनी मां बोली नाल बच्चे जुड़े रहणगे, उच्चारण भी करनगे, बोलणगे भी, पढ़नगे भी, लिखणगे भी, पर घर च लागू करिए। नहीं तो कबीर साचा सतगुर क्या करे, जो सिखा में चूक, अंधे एक न लग गई, जो बांस बजाइए फूक। जे हाथ दीप कुएं परे वाली हालत है ना साडी, फिर गुरु ने भी कुछ नहीं करना। हाथ दीवा भी होवे फिर भी खूह च डिग जाइए, किहदी गलती है? सारा कुछ पातशाह दे के भी गए है, जे फिर भी अपनी बोली नूं छड्डी जाने, फिर गुरु की गलती नहीं, साडी गलती है। फिर ये गल कहनी पैंदी है, दद्दा दोष ना देऊं किसै दोष, कर्मा अपने आप जो मैं किया सो मैं पाया, दोष ना दीजिया वरदना। इन्हां दे इदां दे हालातां उत्ते ये बाणी की पंक्ति पातशाह जी ने उच्चारण की हुई है, जिथे साडी अपनी गलती होंदी है। सो सतगुर सच्चे पातशाह किरपा करन। पातशाह जी ने भी बाणी विच वख-वख बोलियां दे उच्चारण किए है, पर वो अपनी मां बोली पंजाबी च। पातशाह भी सानू कह के गए है, हर एक जिहड़ी कौम है अपनी मां बोली नाल प्यार करती है। असी भी अपनी मां बोली पंजाबी नाल प्यार करिए, जिवें मां नाल प्यार करते हैं ना, उवें मां बोली नाल करिए। मां तो बगैर गुजारा नहीं, साडी मां बोली बगैर साडा गुजारा नहीं। अपने बच्चों के भविख बारे सोचो, जो सोचांगे ना, हर एक मां को कदी भी बच्चों नाल दूजी भाषा नहीं बोलेंगे। पर यह कट्टड़ भी नहीं आपा बनना, स्कूले जाके भी वही बोलनी है, बाहर भी वही बोलनी है। नहीं, जिथे दूजी भाषावां की लोड़ है उत्थे वो बोलनी पैनी है किसी को समझाने लई। मेन है कि अपने धुरे नाल जुड़ के रखना है। कई कट्टड़ हो जाते हैं ना, वो एडी कट्टड़ता भी नहीं जिंदगी चाहिए। मेन है भी अपनी जिंदगी च, अपने घर दे विच तो तुहानूं कोई नहीं रोकदा, उत्थे लागू करो, अपनी जिंदगी च लागू करो। दूजी भाषावां बोलो, चंगी गल है, जिथे लोड़ है कोई माड़ी गल नहीं है, पर अपनी मां बोली पंजाबी नाल जुड़ के रखना। जे ना होए फिर मां बोली भुल जावांगे, कखा वांगू रुल जावांगे। ये चेते रखियो। भुल चुक दी खिमा जी, बुलाओ फतेह। वाहिगुरू जी का खालसा, वाहिगुरू जी की फतेह।